ਬੇਅਦਬੀਆਂ ਦਾ ਦੌਰ ਹੋਵੇ, ਕਿਸਾਨੀ ਸੰਘਰਸ਼ ਹੋਵੇ, ਇਲੈਕਸ਼ਨ ਈਅਰ ਹੈ, ਪੰਜਾਬ ਦੀ ਆਬੋ ਹਵਾ ਨੂੰ ਕਿਵੇਂ ਦੇਖਦੇ ਹੋ? ਮੈਂ ਸਮਝਦਾ ਹਾਂ ਕਿ ਕੁਝ ਲੋਕਾਂ ਨੇ ਟ੍ਰੈਂਡ ਚਲਾ ਲਿਆ ਕਿ ਅਸੀਂ ਕੌਮਾਂ ਨੂੰ ਆਪਸ ਦੇ ਵਿੱਚ ਨਫ਼ਰਤ ਫੈਲਾਈਏ। ਹਰੇਕ ਬੇਅਦਬੀ ਦੇ ਜਿਹੜੇ ਮੁਲਜ਼ਮ ਹੈ ਉਹ ਗ੍ਰਿਫਤਾਰ ਵੀ ਹੋਣੇ ਚਾਹੀਦੇ। ਕਾਨੂੰਨ ਦੇ ਮੁਤਾਬਕ ਉਹਨਾਂ ਦੀ ਜੋ ਸਜ਼ਾ ਮੁਤੱਯਨ ਕੀਤੀ ਜਾਵੇ, ਉਸ ਸਜ਼ਾ ਨੂੰ ਘੱਟੋ ਘੱਟ ਇੱਕ ਅੱਧੀ ਸਜ਼ਾ ਜਿਹੜੀ ਹੈ ਉਹ ਪਬਲਿਕਲੀ ਦਿੱਤੀ ਜਾਵੇ। ਕੱਲ੍ਹ ਮੁੱਖ ਮੰਤਰੀ ਸਾਹਿਬ ਨਾਲ ਮੁਲਾਕਾਤ ਹੋਈ ਹੈ, ਕਿਹਨਾਂ ਮਸਲਿਆਂ ਤੇ ਗੱਲਬਾਤ ਹੋਈ ਕਿਉਂਕਿ ਇਲੈਕਸ਼ਨ ਬਿਲਕੁਲ ਨਜ਼ਦੀਕ ਹੈ? ਕਿੰਨੇ ਕਾਲਜਾਂ 'ਚ ਸਾਡੇ ਬੱਚੇ ਦਾਖਲੇ ਨਹੀਂ ਲੈ ਸਕੇ, ਕਿੰਨੀ ਨੌਕਰੀਆਂ ਤੋਂ ਸਾਡੇ ਬੱਚੇ ਜਿਹੜੇ ਆ ਵਾਂਝੇ ਰਹਿ ਗਏ ਆ। ਕਿੰਨੇ ਸਕੂਲਾਂ 'ਚ ਪੁੱਛੋ ਮੁਸਲਮਾਨਾਂ ਨੂੰ ਜਾ ਕੇ, ਜਦੋਂ ਆਜ਼ਾਦੀ ਸਰਟੀਫਿਕੇਟ ਬਣਾਉਣ ਲਈ ਜਾਂਦੇ ਤਹਿਸੀਲਦਾਰ ਕਹਿੰਦਾ ਕਿ ਨਹੀਂ ਤੁਹਾਡਾ ਸਰਟੀਫਿਕੇਟ ਨਹੀਂ ਬਣਨਾ। ਪਰ ਜੇ ਗੱਲ ਕਿਸੇ ਵੀ ਧਰਮ ਦੀ ਹੋਵੇ, ਲੱਗਦਾ ਤੁਹਾਨੂੰ ਕਿ ਧਰਮ ਪਰਿਵਰਤਨ ਹੋਣਾ ਚਾਹੀਦਾ? ਜਿਹੜੇ ਧਰਮ ਤੋਂ ਲੋਕ ਅਗਰ ਕਹਿੰਦੇ ਕਿ ਜੀ ਸਾਡੀ ਆਸਥਾ ਘਟ ਗਈ ਇਸ ਧਰਮ ਗੁਰੂ ਦੀ ਵਜ੍ਹਾ ਨਾਲ, ਇਹਦਾ ਮਤਲਬ ਧਰਮ 'ਚ ਨਹੀਂ ਖਰਾਬੀ, ਉਸ ਧਰਮ ਦਾ ਜਿਹੜਾ ਲੀਡਰ ਬਣਿਆ ਹੋਇਆ ਹੈ ਉਹਦੇ 'ਚ ਖਰਾਬੀ। ਔਰ ਧਰਮ ਪਰਿਵਰਤਨ ਜਿਹੜਾ ਹੈ ਇਹ ਬੰਦੇ ਦੀ ਆਸਥਾ ਦੀ ਗੱਲ ਹੈ, ਦਿਲ ਦੀ ਗੱਲ ਹੈ। ਆਉਣ ਵਾਲਾ ਸਮਾਂ ਭਾਰਤ ਦੇ ਲੋਕ ਵੀ ਆਪਣੇ ਹੀ ਹਮਵਤਨ ਦੋਸਤਾਂ ਤੋਂ, ਚਾਹੇ ਉਹ ਕਿਸੇ ਵੀ ਧਰਮ ਦੇ ਲੋਕ ਨੇ, ਉਹਨਾਂ ਤੋਂ ਉਮੀਦ ਰੱਖਦੇ ਨੇ ਕਿ ਇਹ ਲੋਕ ਵੀ ਆਖਰ ਉੱਠਣਗੇ ਔਰ ਦੇਸ਼ ਨੂੰ ਇੱਕ ਐਸੀ ਸਰਕਾਰ ਤੋਂ ਨਿਜਾਤ ਦਿਲਵਾਉਂਗੇ ਜਿਹੜੀ ਸਰਕਾਰ ਨੇ ਅੱਜ ਤੱਕ ਕਿਸੇ ਦੀ ਸੁਣੀ ਨਹੀਂ ਹੈ ਔਰ ਪੂੰਜੀਪਤੀਆਂ ਦੀ ਗੱਲ ਕਰਦੀ। ਔਰ ਸਾਨੂੰ ਇਹ ਮਾਣ ਪ੍ਰਾਪਤ ਰਿਹਾ ਕਿ ਸਰਦਾਰ ਭਗਤ ਸਿੰਘ ਜੀ ਦੀ ਤਸਵੀਰ ਨਾਲ ਅੱਜ ਕੱਲ੍ਹ ਲੋਕੀ ਫੋਟੋ ਖਿਚਵਾਉਣਾ ਫਖਰ ਦੀ ਗੱਲ ਸਮਝਦੇ ਨੇ। ਉਹਨਾਂ ਦੇ ਪਿਤਾ ਜੀ ਸਰਦਾਰ ਕਿਸ਼ਨ ਸਿੰਘ ਜੀ, ਉਹਨਾਂ ਦੇ ਭਰਾ ਸਰਦਾਰ ਕੁਲਤਾਰ ਸਿੰਘ ਜੀ, ਉਹ ਸਾਡੇ ਘਰ 3 ਮਹੀਨੇ ਉਦੋਂ ਰਹੇ ਜਦੋਂ ਲੋਕ ਕਹਿੰਦੇ ਸੀ ਵੀ ਭਗਤ ਸਿੰਘ ਤਾਂ ਅੱਤਵਾਦੀ ਹੈ, ਅਸੀਂ ਇਹਦਾ ਸਾਥ ਨਹੀਂ ਦੇਣਾ। ਅਸੀਂ ਇਹ ਦੱਸਣਾ ਚਾਹੁੰਦੇ ਭਾਰਤ ਦੇ ਲੋਕਾਂ ਨੂੰ ਕਿ ਅਸੀਂ ਤੁਹਾਡੇ ਸਾਹਮਣੇ ਪੰਜਾਬ ਦੇ ਲੋਕ ਜ਼ਿੰਦਾ ਮਿਸਾਲ ਹਾਂ ਕਿ ਅਗਰ ਤੁਸੀਂ ਧਰਮ ਦੀ ਰਾਜਨੀਤੀ ਕਰੋਗੇ ਤਾਂ ਮੁਲਕ ਅੱਗੇ ਨਹੀਂ ਵਧੇਗਾ। ਸਤਿ ਸ਼੍ਰੀ ਅਕਾਲ ਜੀ, ਡੇਲੀ ਪੋਸਟ ਪੰਜਾਬੀ ਤੁਸੀਂ ਵੇਖ ਰਹੇ ਹੋ। ਮੈਂ ਗਗਨ ਸ਼ੁਕਲਾ, ਮੇਰੇ ਨਾਲ ਇਸ ਵੇਲੇ ਮੁਹੰਮਦ ਉਸਮਾਨ ਲੁਧਿਆਣਵੀ ਨੇ ਜੋ ਕਿ ਪੰਜਾਬ ਦੇ ਸ਼ਾਹੀ ਇਮਾਮ ਨੇ। ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ। ਪਹਿਲਾਂ ਤਾਂ ਸਰ ਸ਼ਹਿਰ ਪਹੁੰਚੇ, ਸਾਡੇ ਬਹੁਤ ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਬਹੁਤ। ਸਰ ਜੇ ਪੰਜਾਬ ਦੀ ਆਬੋ ਹਵਾ ਦੀ ਗੱਲ ਕੀਤੀ ਜਾਵੇ, ਇਸ ਵੇਲੇ ਇਲੈਕਸ਼ਨ ਈਅਰ ਹੈ, ਤਾਂ ਪੰਜਾਬ ਦੀ ਆਬੋ ਹਵਾ ਕਿਵੇਂ ਦੀ ਹੈ, ਕਿਵੇਂ ਦੇਖਦੇ ਹੋ? ਇਸ ਵੇਲੇ ਤਮਾਮ ਜਿਹੜੀਆਂ ਗੱਲਾਂ ਨੇ ਉਹ ਇੱਕਦਮ ਤੋਂ ਹੋ ਰਹੀਆਂ ਨੇ, ਚਾਹੇ ਉਹ ਬੇਅਦਬੀਆਂ ਦਾ ਦੌਰ ਹੋਵੇ, ਕਿਸਾਨੀ ਸੰਘਰਸ਼ ਹੋਵੇ, ਇਲੈਕਸ਼ਨ ਈਅਰ ਹੈ, ਪੰਜਾਬ ਦੀ ਆਬੋ ਹਵਾ ਨੂੰ ਕਿਵੇਂ ਦੇਖਦੇ ਹੋ? ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਅੱਲਾਹ ਤਾਲਾ ਦੇ ਨਾਂ ਤੋਂ ਸ਼ੁਰੂ ਕਰਦਾ ਜੋ ਬੜਾ ਮਿਹਰਬਾਨ ਤੇ ਨਿਹਾਇਤ ਹੀ ਰਹਿਮ ਕਰਨ ਵਾਲਾ ਹੈ। ਅੱਜ ਅਸੀਂ ਇੱਥੇ ਪਹੁੰਚੇ ਹਾਂ ਖਾਸ ਕਰਕੇ ਸਾਡੇ ਜਿਹੜੇ ਅਜ਼ੀਜ਼ ਨੇ ਮੁਹੰਮਦ ਸਿੱਦੀਕ ਸਾਹਿਬ, ਨਸੀਰ ਸਾਹਿਬ ਔਰ ਰਸ਼ੀਦ ਸਾਹਿਬ, ਲਤੀਫ ਸਾਹਿਬ ਤੇ ਬਾਕੀ ਸਾਥੀ ਜਿਹੜੇ ਨੇ, ਕਿਉਂਕਿ ਪਿਛਲੇ 1.5 ਮਹੀਨੇ ਪਹਿਲਾਂ ਜਿਹੜੇ ਬੜੇ ਸ਼ਾਹੀ ਇਮਾਮ ਮਰਹੂਮ ਮੌਲਾਨਾ ਹਬੀਬ ਉਰ ਲੁਧਿਆਣਵੀ ਸਾਹਿਬ ਦੇ ਇੰਤਕਾਲ ਤੋਂ ਬਾਅਦ ਜਦ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਤੇ ਉਸ ਦਿਨ ਤੋਂ ਬਾਅਦ ਪੂਰੇ ਪੰਜਾਬ ਦੇ ਮੁਸਲਮਾਨਾਂ ਦੇ ਨਾਲ ਗੱਲਬਾਤ ਦਾ ਔਰ ਉਹਨਾਂ ਵੱਲੋਂ ਸਾਨੂੰ ਆਪਣੇ ਘਰ ਬੁਲਾ ਕੇ ਸਨਮਾਨ ਦਾ ਸਿਲਸਿਲਾ ਜਾਰੀ ਹੈ। ਇਸੀ ਦੌਰਾਨ ਅੱਜ ਇੱਥੇ ਪਹੁੰਚੇ ਤੇ ਮੈਂ ਜੋ ਹੁਣ ਤੱਕ ਪੰਜਾਬ ਦੇ ਵਿੱਚ ਘੁੰਮ ਰਿਹਾ ਜੀ ਔਰ ਜੋ ਹੁਣ ਤੱਕ ਮੈਨੂੰ ਤਸਵੀਰ ਨਜ਼ਰ ਆ ਰਹੀ ਹੈ, ਜੋ ਪਿਛਲੇ 5-6 ਸਾਲਾਂ ਦੌਰਾਨ ਔਰ ਪਿਛਲੀ ਸਰਕਾਰ ਦੇ ਦੌਰਾਨ ਖਾਸ ਕਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਹੋਈ, ਉਸ ਤੋਂ ਬਾਅਦ ਫਿਰ ਕੁਰਾਨ ਪਾਕ ਦੀ ਵੀ ਬੇਅਦਬੀ ਹੋਈ, ਉਸ ਤੋਂ ਬਾਅਦ ਹਿੰਦੂ ਭਾਈਚਾਰੇ ਦੀ ਕੁਝ ਮੁਕੱਦਸ ਕਿਤਾਬਾਂ ਦੀ ਵੀ ਬੇਅਦਬੀ ਬੇਹੁਰਮਤੀ ਕੀਤੀ ਗਈ। ਤੇ ਮੈਂ ਸਮਝਦਾ ਹਾਂ ਕਿ ਕੁਝ ਲੋਕਾਂ ਨੇ ਟ੍ਰੈਂਡ ਚਲਾ ਲਿਆ ਕਿ ਅਸੀਂ ਕੌਮਾਂ ਨੂੰ ਆਪਸ ਦੇ ਵਿੱਚ ਨਫ਼ਰਤ ਫੈਲਾਈਏ ਤੇ ਆਪਣਾ ਉੱਲੂ ਸਿੱਧਾ ਕਰੀਏ। ਇੱਕ ਨਵਾਂ ਵਪਾਰ ਸ਼ੁਰੂ ਹੋ ਗਿਆ। ਇਹ ਟ੍ਰੈਂਡ ਅਸਲ 'ਚ ਚੱਲਿਆ ਤਾਂ ਉੱਧਰੋਂ ਭਾਰਤ ਦੇ ਦੂਸਰੇ ਹਿੱਸਿਆਂ ਵੱਲੋਂ, ਖਾਸ ਕਰ ਜਿਨ੍ਹਾਂ ਹਿੱਸਿਆਂ ਦੇ ਵਿੱਚ ਭਾਜਪਾ ਦੀਆਂ ਸਰਕਾਰਾਂ ਹੈ, ਲੇਕਿਨ ਇਹ ਟ੍ਰੈਂਡ ਧੰਨ ਧੰਨ ਗੁਰੂ ਨਾਨਕ ਦੇਵ ਜੀ ਦੀ ਧਰਤੀ ਜਿਹਨੂੰ ਅਸੀਂ ਪੰਜਾਬ ਕਹਿੰਦੇ ਹਾਂ, ਉੱਥੇ ਪਹੁੰਚਿਆ ਤੇ ਬੜਾ ਮਦਭਾਗਾ ਹੈ। ਔਰ ਮੈਨੂੰ ਇਸ ਗੱਲ 'ਤੇ ਬੜਾ ਅਫਸੋਸ ਹੁੰਦਾ ਹੈ ਹਮੇਸ਼ਾ ਕਿ ਪੰਜਾਬ ਦੀ ਧਰਤੀ ਦੇ ਉੱਤੇ ਅਗਰ ਕੋਈ ਬੇਅਦਬੀ ਹੁੰਦੀ ਹੈ ਤੇ ਮੈਂ ਸਮਝਦਾ ਕਿ ਉਹਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ। ਹਰੇਕ ਬੇਅਦਬੀ ਦੇ ਜਿਹੜੇ ਮੁਲਜ਼ਮ ਹੈ ਉਹ ਗ੍ਰਿਫਤਾਰ ਵੀ ਹੋਣੇ ਚਾਹੀਦੇ। ਕਾਨੂੰਨ ਦੇ ਮੁਤਾਬਕ ਉਹਨਾਂ ਦੀ ਜੋ ਸਜ਼ਾ ਮੁਤੱਯਨ ਕੀਤੀ ਜਾਵੇ, ਉਸ ਸਜ਼ਾ ਨੂੰ ਘੱਟੋ ਘੱਟ ਇੱਕ ਅੱਧੀ ਸਜ਼ਾ ਜਿਹੜੀ ਹੈ ਉਹ ਪਬਲਿਕਲੀ ਦਿੱਤੀ ਜਾਵੇ ਤਾਂ ਕਿ ਇਹ ਜਿਹੜਾ ਨਵਾਂ ਰਿਵਾਜ, ਇੱਕ ਮੈਂ ਸਮਝਦਾ ਕਿ ਗੁੰਡਾ ਅਨਸਰਾਂ ਨੇ, ਫਿਰਕੂ ਅਨਸਰਾਂ ਨੇ, ਨਾਪਾਕ ਲੋਕਾਂ ਨੇ ਜਿਹੜਾ ਇਹ ਰਿਵਾਜ ਸ਼ੁਰੂ ਕੀਤਾ ਹੈ, ਇਹ ਬੰਦ ਹੋਣਾ ਚਾਹੀਦਾ ਸੀ। ਸਰ ਬੇਅਦਬੀਆਂ ਦਾ ਹੀ ਜ਼ਿਕਰ ਤੁਸੀਂ ਕਰ ਰਹੇ ਹੋ, ਗੱਲ ਉੱਥੋਂ ਹੀ ਸ਼ੁਰੂ ਕਰ ਲੈਣਾ। ਫਿਰ ਸਿੰਘੂ ਬਾਰਡਰ ਦੀ ਗੱਲ ਕਰੀਏ, ਦੁਸ਼ਹਿਰੇ ਵਾਲੇ ਦਿਨ ਉੱਥੇ ਬੇਅਦਬੀ ਹੁੰਦੀ ਹੈ, ਇੱਕ ਵਿਅਕਤੀ ਦਾ ਕਤਲ ਹੁੰਦਾ, ਨਿੰਗ ਸਿੰਘਾਂ ਵੱਲੋਂ ਕਿਹਾ ਜਾਂਦਾ ਹੈ ਸੌਦਾ ਲਾ ਦਿੱਤਾ ਗਿਆ। ਐਗਜ਼ੈਕਟ ਥੋੜ੍ਹੇ ਦਿਨ, ਇੱਕ ਦਿਨ ਬਾਅਦ ਹੀ ਇੱਕ ਜਿਹੜੀ ਫੋਟੋ ਵਾਇਰਲ ਹੁੰਦੀ ਹੈ ਜਿਹਦੇ ਵਿੱਚ ਪਿੰਕੀ ਕੈਟ, ਐਗਰੀਕਲਚਰ ਮਿਨਿਸਟਰ ਨਰਿੰਦਰ ਤੋਮਰ
ਔਰ ਨਿਹੰਗ ਬਾਬਾ ਅਮਨ ਸਿੰਘ ਦੀ ਫੋਟੋ ਵਾਇਰਲ ਹੁੰਦੀ ਹੈ। ਕਈ ਤਰ੍ਹਾਂ ਦੇ ਵਿਵਾਦ ਜਿਹੜੇ ਉਸ ਵੇਲੇ ਸਿੰਘੂ ਬਾਰਡਰ ਤੇ ਨੇ। ਤੁਹਾਨੂੰ ਲੱਗਦਾ ਕਿ ਕੁਝ ਪਲਾਨਡ ਹੈ ਜਾਂ ਦਾਲ ਚ ਕਾਲਾ ਹੈ? ਮੇਰਾ ਖਿਆਲ ਹੈ ਕਿ ਇਹਨਾਂ ਸਾਰੀਆਂ ਗੱਲਾਂ ਦਾ ਜਵਾਬ ਸੁਨੀਲ ਜਾਖੜ ਜੀ ਨੇ ਆਪਣੇ ਟਵੀਟ ਦੇ ਵਿੱਚ ਜਿਹੜਾ ਹੈ ਦੇ ਦਿੱਤਾ ਗਿਆ। ਉਹ ਕਾਫੀ ਹੈ ਜਵਾਬ ਕਿ ਜਿਹੜਾ ਭੈੜੇ ਭੈੜੇ ਯਾਰ ਨੇ ਮੇਰੀ ਫੱਤੋ ਦੇ। ਹਾਂਜੀ ਹਾਂ, ਉਹਨਾਂ ਨੇ ਬੜੇ ਅੱਛੇ ਤਰੀਕੇ ਨੇ ਕਿਹਾ ਕਿ ਸ਼ਾਇਦ ਇਹਦੇ 'ਚ ਕੁਝ ਲੋਕ ਸ਼ਾਮਲ ਹੋ ਸਕਦੇ, ਕੁਝ ਏਜੰਸੀਆਂ ਸ਼ਾਮਲ ਹੋ ਸਕਦੀਆਂ। ਤੇ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਪੰਜਾਬ ਦੇ ਲੋਕਾਂ ਨੂੰ ਔਰ ਪੂਰੇ ਭਾਰਤ ਦੇ ਲੋਕਾਂ ਨੂੰ ਕਿ ਸਾਡਾ ਦੇਸ਼ ਜਿਹੜਾ ਵਿਸ਼ਵ ਦੀ ਸਭ ਤੋਂ ਵੱਡੀ ਡੈਮੋਕ੍ਰੈਟਿਕ ਕੰਟਰੀ ਹੈ ਔਰ ਦੁਨੀਆ ਦਾ ਸਭ ਤੋਂ ਵੱਡਾ ਇਸ ਵੇਲੇ ਤਾਕਤ ਬਣਨ ਜਾ ਰਿਹਾ ਭਾਰਤ। ਔਰ ਕਿੰਨੇ ਲੋਕ ਐਸੇ ਨੇ ਜਿਹੜੇ ਆਪਣੇ ਈਮਾਨ ਵਿੱਚ ਹੀ ਬੈਠੇ ਨੇ। ਤੇ ਪੰਜਾਬ ਤਾਂ ਈਮਾਨਦਾਰਾਂ ਦੀ ਧਰਤੀ ਹੈ, ਸਾਨੂੰ ਬੇਈਮਾਨਾਂ ਨੂੰ ਅਲੱਗ ਕਰਨਾ ਹੋਏਗਾ। ਸਰ, ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦਾ ਇੱਕ ਬਿਆਨ ਆਇਆ ਕਿ ਜਬਰੀ ਧਰਮ ਪਰਿਵਰਤਨ ਹੋ ਰਿਹਾ, ਖਾਸ ਕਰਕੇ ਈਸਾਈਆਂ ਵੱਲੋਂ ਸਿੱਖਾਂ ਦਾ ਧਰਮ ਪਰਿਵਰਤਨ ਕਿਹਾ ਜਾ ਰਿਹਾ। ਹਾਲਾਂਕਿ ਅਕਾਲ ਤਖਤ ਸਾਹਿਬ ਨੇ ਜਿਹੜੇ ਨੇ ਜਥੇਦਾਰ ਨੇ ਉਹਨਾਂ ਨੇ ਇਹ ਕੋਟ ਕੀਤਾ ਹੈ, ਪਰ ਜੇ ਗੱਲ ਕਿਸੇ ਵੀ ਧਰਮ ਦੀ ਹੋਵੇ, ਲੱਗਦਾ ਤੁਹਾਨੂੰ ਕਿ ਧਰਮ ਪਰਿਵਰਤਨ ਹੋਣਾ ਚਾਹੀਦਾ? ਧਰਮ ਪਰਿਵਰਤਨ ਔਰ ਧਰਮ ਦੇ ਉੱਤੇ ਆਸਥਾ ਜਾਂ ਧਰਮ ਨੂੰ ਮੰਨਣਾ ਇਹ ਕੋਈ ਸਰਕਾਰ ਦਾ ਮਸਲਾ ਨਹੀਂ ਹੈ ਔਰ ਇਹ ਕੋਈ ਕਾਨੂੰਨ ਦਾ ਵੀ ਮਸਲਾ ਨਹੀਂ ਹੈ। ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਅਲੱਗ-ਅਲੱਗ ਸਰਕਾਰਾਂ ਨੇ ਜਿਨ੍ਹਾਂ ਵੀ ਧਰਮਾਂ ਦੀ ਉੱਥੇ ਅਗਵਾਈ ਰਹੀ, ਉਹਨਾਂ ਨੇ ਇਹਦੇ ਮੁਤਾਲਿਕ ਅਲੱਗ-ਅਲੱਗ ਸਮੇਂ 'ਚ ਕਾਨੂੰਨ ਵੀ ਬਣਾਉਣ ਦੀ ਕੋਸ਼ਿਸ਼ ਕੀਤੀ। ਲੇਕਿਨ ਧਰਮ ਹੈ ਕੀ? ਧਰਮ ਇੱਕ ਆਸਥਾ ਦਾ ਨਾਮ ਹੈ ਜੀ। ਔਰ ਆਸਥਾ ਕਿੱਥੇ ਹੁੰਦੀ ਹੈ? ਉਹ ਆਸਥਾ ਬੰਦੇ ਦੇ ਦਿਲ 'ਚ ਹੁੰਦੀ ਹੈ ਔਰ ਜਿਹੜਾ ਉਹ ਆਪਣੇ ਜਿਸਮ ਦੇ ਉੱਤੇ ਉਹਨੂੰ ਅਪਲਾਈ ਕਰਦਾ। ਤੇ ਅਗਰ ਕੋਈ ਵੀ ਬੰਦਾ ਕਿਸੇ ਵੀ ਧਰਮ ਤੋਂ ਅਗਰ ਉਹਨੂੰ ਲੱਗਦਾ ਹੈ ਕਿ ਮੇਰੇ ਧਰਮ ਦੇ ਵਿੱਚ ਕੋਈ ਕਮੀ ਹੈ, ਤੇ ਧਰਮ 'ਚ ਕਮੀ ਨਹੀਂ ਹੁੰਦੀ। ਕਿ ਇੱਕ ਬਹੁਤ ਮਸ਼ਹੂਰ ਕਹਾਵਤ ਹੈ ਅਰਬੀ ਫਾਰਸੀ ਦੀ ਕਿ ਨੀਮ ਮੁੱਲਾ ਖਤਰਾ ਏ ਈਮਾਨ, ਨੀਮ ਹਕੀਮ ਖਤਰਾ ਏ ਜਾਨ। ਕਿ ਮਤਲਬ ਅਗਰ ਧਰਮ ਦਾ ਜਿਹੜਾ ਆਗੂ ਹੋਊਗਾ ਉਹ ਬਿਨਾਂ ਪੜ੍ਹੇ ਲਿਖੇ ਉੱਦਾਂ ਹੀ ਕੋਈ ਬਣ ਗਿਆ, ਬਹੁਤ ਵੱਡਾ ਪੀਰ ਵਲੀ ਬਣ ਗਿਆ, ਸੰਤ ਬਣ ਗਿਆ, ਪੱਲੇ ਉਹਦੇ ਕੁਛ ਨਹੀਂ ਹੈ। ਤੇ ਅਗਰ ਇੱਦਾਂ ਹੀ ਕੋਈ ਡਾਕਟਰ ਹੈ, ਉਹਦੇ ਕੋਲ ਡਿਗਰੀ ਕੋਈ ਨਹੀਂ, ਕਿਸੇ ਡਾਕਟਰ ਦੇ ਨਾਲ ਲੱਗ ਰਿਹਾ 20-25 ਸਾਲ, ਦਵਾਈਆਂ ਦੇਣੀਆਂ ਸਿੱਖ ਗਿਆ, ਉਹਨੇ ਵੀ ਦੁਕਾਨ ਖੋਲ੍ਹੀ ਡਾਕਟਰ ਦੀ, ਆਪ ਡਾਕਟਰ ਨਹੀਂ ਹੈ, ਤੇ ਜ਼ਾਹਿਰ ਜੀ ਗੱਲ ਹੈ ਕਿ ਕਦੀ ਕਿਸੇ ਪੇਸ਼ੈਂਟ ਨੂੰ ਐਸੀ ਦਵਾਈ ਦੇ ਦੇਗਾ ਜਿਹਦੇ ਨਾਲ ਉਹਦੀ ਜਾਨ ਚਲੀ ਜਾਏਗੀ। ਇੱਦਾਂ ਹੀ ਧਰਮ ਦੇ ਜਿਹੜੇ ਠੇਕੇਦਾਰ ਨੇ, ਅਗਰ ਉਹਨਾਂ 'ਚ ਐਸੇ ਲੋਕਾਂ ਦੀ ਗਿਣਤੀ ਵੱਧ ਜਾਏਗੀ ਕਿ ਜਿਨ੍ਹਾਂ ਨੇ ਧਰਮ 'ਤੇ ਅਧਿਐਨ ਨਹੀਂ ਕੀਤਾ ਔਰ ਧਰਮ ਜਿਨ੍ਹਾਂ ਦੇ ਦਿਲ ਦੇ ਵਿੱਚ ਨਹੀਂ ਉਤਰਿਆ ਔਰ ਧਰਮ ਦੇ ਵਿੱਚ ਜਿਨ੍ਹਾਂ ਦੀ ਆਸਥਾ ਹੀ ਨਹੀਂ ਹੈ ਔਰ ਉਹਨਾਂ ਦੀ ਨਿਗਾਹ ਜਿਹੜੀ ਹੈ ਪੈਸੇ ਦੇ ਉੱਤੇ ਪਈ ਹੋਈ ਹੈ, ਤੇ ਉਹ ਕੋਈ ਧਰਮ ਨਹੀਂ ਖਰਾਬ ਹੁੰਦਾ। ਜਿਹੜੇ ਧਰਮ ਤੋਂ ਲੋਕ ਅਗਰ ਕਹਿੰਦੇ ਕਿ ਜੀ ਸਾਡੀ ਆਸਥਾ ਘਟ ਗਈ ਇਸ ਧਰਮ ਗੁਰੂ ਦੀ ਵਜ੍ਹਾ ਨਾਲ, ਇਹਦਾ ਮਤਲਬ ਧਰਮ 'ਚ ਨਹੀਂ ਖਰਾਬੀ, ਉਸ ਧਰਮ ਦਾ ਜਿਹੜਾ ਲੀਡਰ ਬਣਿਆ ਹੋਇਆ ਹੈ ਉਹਦੇ 'ਚ ਖਰਾਬੀ। ਔਰ ਧਰਮ ਪਰਿਵਰਤਨ ਜਿਹੜਾ ਇਹ ਬੰਦੇ ਦੀ ਆਸਥਾ ਦੀ ਗੱਲ ਹੈ, ਦਿਲ ਦੀ ਗੱਲ ਹੈ। ਧੰਨ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਦਸਮ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿੱਖ ਪੰਥ ਦੀ ਸਥਾਪਨਾ ਕੀਤੀ ਹੈ। ਔਰ ਕਿੰਨੇ ਹੀ ਨਬੀ ਖਾਂ ਗਨੀ ਖਾਂ ਵਰਗੇ ਲੋਕ, ਪੀਰ ਬੁੱਧੂ ਸ਼ਾਹ ਵਰਗੇ ਲੋਕ, ਕਿੰਨੇ ਹੀ ਹਿੰਦੂ ਪਰਿਵਾਰਾਂ ਦੇ ਲੋਕ, ਕਿੰਨੇ ਹੀ ਬੜੇ ਬੜੇ ਲੋਕਾਂ ਨੇ, ਭੀਖਮ ਸ਼ਾਹ ਜੀ ਜਿਹੜੇ ਇਹਨਾਂ ਨੇ ਪਟਨਾ 'ਚ ਗੁਰੂ ਸਾਹਿਬ ਨੂੰ ਸ਼ੁਰੂ 'ਚ ਹੀ ਦੇਖਿਆ, ਉਹਨਾਂ ਦੇ ਬਚਪਨ ਦੇ ਵਿੱਚ ਉਹਨਾਂ ਦੇ ਉੱਤੇ ਆਪਣੀ ਆਸਥਾ, ਉਹਨਾਂ ਦੇ ਪਿੱਛੇ ਆਪਣੀ ਜਾਨਾਂ ਕੁਰਬਾਨ ਕੀਤੀਆਂ। ਤੇ ਇਹ ਕੀ ਮਸਲਾ ਹੈ? ਇਹ ਤਾਂ ਆਸਥਾ ਦਾ ਮਸਲਾ ਹੈ ਨਾ। ਤੇ ਕੋਈ ਵੀ ਬੰਦਾ ਕਿਸੇ ਦਾ ਪਰਿਵਰਤਨ ਨਹੀਂ ਰੋਕ ਸਕਦਾ। ਪਰਿਵਰਤਨ ਅਗਰ ਅਸੀਂ ਰੋਕਣਾ ਚਾਹੁੰਦੇ ਹਾਂ, ਜਿੰਨੇ ਵੀ ਧਰਮਾਂ ਦੇ ਲੋਕ, ਮੈਂ ਕਹਾਂਗੇ ਜੀ ਮੁਸਲਮਾਨ ਫਲਾਣੇ ਧਰਮ ਵੱਲ ਜਾ ਰਹੇ, ਤੇ ਮੈਂ ਉਸ ਧਰਮ ਨੂੰ ਇਲਜ਼ਾਮ ਦੇਣ ਦੀ ਬਜਾਏ ਆਪਣੀ ਛਾਤੀ 'ਚ, ਆਪਣੇ ਗਿਰੇਬਾਨ 'ਚ ਕਿਉਂ ਨਹੀਂ ਝਾਕ ਰਿਹਾ ਕਿ ਮੈਂ ਆਪਣੀ ਕੌਮ ਦੇ ਲਈ ਕੀ ਕਰ ਰਿਹਾ? ਕਿ ਮੇਰਾ ਫਰਜ਼ ਨਹੀਂ ਬਣਦਾ ਕਿ ਮੈਂ ਇਹ ਵੀ ਦੇਖਾਂ ਕਿ ਮੇਰੀ ਕੌਮ ਜਾਂ ਮੇਰੀ ਕੌਮ ਦੇ ਜਿਹੜੇ ਲੋਕ ਜਿਨ੍ਹਾਂ ਨੂੰ ਮੈਂ ਲੀਡਰ ਅੱਗੇ ਬਣਾ ਕੇ ਤੋਰਿਆ ਹੋਇਆ, ਉਹਨਾਂ ਨੇ ਮੇਰੀ ਕੌਮ ਲਈ ਕੀ ਕੀਤਾ? ਇਸ ਲਈ ਮੈਂ ਜ਼ਰੂਰੀ ਸਮਝਦਾ ਹਾਂ ਕਿ ਜਿੰਨੇ ਵੀ ਧਰਮਾਂ ਦੇ ਆਗੂ ਨੇ ਉਹ ਆਪਣੇ ਧਰਮ ਦੇ ਵਿੱਚ ਔਰ ਆਪਣੇ ਧਰਮ ਦੇ ਲੋਕਾਂ ਦੇ ਵਿੱਚ ਵਿਚਰਨ, ਉਹਨਾਂ ਤੋਂ ਦੂਰੀ ਨਾ ਬਣਾਉਣ। ਜਿਹੜੀਆਂ ਦੂਰੀਆਂ ਹੈ ਇਹ ਇਨਸਾਨ ਦੇ ਵਿੱਚ ਮੁਹੱਬਤ ਨੂੰ ਘੱਟ ਕਰਦੀਆਂ, ਇਨਸਾਨ ਦੇ ਵਿੱਚ ਗਲਤਫਹਿਮੀ ਨੂੰ ਪੈਦਾ ਕਰਦੀਆਂ। ਔਰ ਦੂਰੀ ਜਦੋਂ ਆ ਜਾਂਦੀ ਹੈ ਤਾਈਓ ਤਾਂ ਦੂਜੇ ਬੰਦੇ ਨੂੰ ਮੌਕਾ ਮਿਲਦਾ। ਜਦ ਦੂਰੀ ਆਏਗੀ ਨਾ ਜੀ, ਮੇਰੇ ਔਰ ਤੁਹਾਡੇ ਦਰਮਿਆਨ ਸਲਾਮ ਦੁਆਈ ਬੰਦ ਹੋ ਜੇ, ਕੋਈ ਰਾਬਤਾ ਹੀ ਨਾ ਰਵੇ, ਤਾਈਓ ਤਾਂ ਇੱਕ ਜਿਹੜਾ ਦੂਜਾ ਧਿਰ ਹੈ ਉਹ 2-4 ਮਹੀਨੇ 2-4 ਸਾਲ ਦੇਖੇਗਾ, ਉਹਨੂੰ ਲੱਗੇਗਾ ਕਿ ਨਹੀਂ ਇਹਦੇ ਤੱਕ ਹੁਣ ਕੋਈ ਅਪਰੋਚ ਨਹੀਂ ਹੋ ਰਹੀ, ਤਾਂ ਉਹ ਤੁਹਾਡੇ ਤੱਕ ਅਪਰੋਚ ਕਰੇਗਾ ਨਾ। ਡਿਫਰੈਂਸਿਸ ਕਿਉਂ ਹੁੰਦੇ ਨੇ? ਕਿਸ ਚੀਜ਼ ਦੇ? ਧਾਰਮਿਕ ਡਿਫਰੈਂਸਿਸ ਕਿਉਂ ਇੱਕ ਦੂਜੇ ਤੋਂ ਅਸੀਂ ਦੂਰ ਕਿਉਂ ਹੁੰਦੇ ਆ? ਕਿਉਂਕਿ ਇੱਕ ਤਾਂ ਹੁੰਦਾ ਸਮਾਜਿਕ ਬਾਈਕਾਟ, ਇੱਕ ਧਾਰਮਿਕ ਗੱਲ ਹੋਵੇ। ਧਾਰਮਿਕ ਦੀ ਗੱਲ ਤਾਂ ਦੂਰੀਆਂ ਦੀ ਗੱਲ ਤੁਸੀਂ ਕਰ ਰਹੇ ਹੋ, ਮਿਲਣਾ ਜ਼ਿਆਦਾ ਜ਼ਰੂਰੀ ਤਾਂ ਨਹੀਂ ਹੁੰਦਾ। ਬੰਦਗੀ ਪੂਜਾ ਘਰ ਬੈਠ ਕੇ ਵੀ ਤਾਂ ਹੁੰਦੀ ਆ। ਨਹੀਂ, ਇੱਦਾਂ ਦੂਰੀਆਂ ਤੋਂ ਮੁਰਾਦ ਇਹ ਹੈ ਕਿ ਹਰੇਕ ਧਰਮ ਦੀ ਕੁਛ ਆਸਥਾ, ਕੁਛ ਪ੍ਰੋਟੋਕੋਲ ਹੁੰਦੇ, ਉਹਨਾਂ ਪ੍ਰੋਟੋਕੋਲਾਂ ਨੂੰ ਮੰਨਣਾ ਜਿਹੜਾ ਹੈ ਬਹੁਤ ਜ਼ਰੂਰੀ ਹੁੰਦਾ। ਅਤੇ ਉਹ ਪ੍ਰੋਟੋਕੋਲ ਇੰਪਲੀਮੈਂਟ ਕਿਹਨੇ ਕਰਨੇ? ਜਿਹਨਾਂ ਲੋਕਾਂ ਨੂੰ
ਮੈਂ ਮੰਨ ਲੈਣਾ, ਮੈਂ ਹੁਣੀ ਇੱਥੇ ਕੱਲਰ ਪੈਣੀ ਇੱਕ ਮਸਲਾ ਸੀਗਾ, ਇੱਕ ਇਮਾਮ ਉੱਥੇ ਦੇ ਸੀ, ਉਹ ਪਿੰਡ ਵਾਲੇ ਚਾਹੁੰਦੇ ਸੀ ਕਿ ਇਹਨਾਂ ਦੀ ਜਗ੍ਹਾ ਦੂਸਰਾ ਇਮਾਮ ਲਿਆਇਆ ਜਾਏ। ਤੇ ਮੈਂ ਜਦੋਂ ਉੱਥੇ ਪਹੁੰਚਿਆ ਤੇ ਕੁਝ ਕਿਸਾਨ ਆਗੂ ਸੀਗੇ ਉਹਨਾਂ ਦੀ ਹਮਾਇਤ ਦੇ ਵਿੱਚ, ਤੇ ਉਹਨਾਂ ਨੇ ਮੈਨੂੰ ਇੱਕ ਬੜੀ ਹੈਰਤ ਦੀ ਗੱਲ ਕਹੀ ਕਿ ਵੀ ਤੁਸੀਂ ਸ਼ਾਇਦ ਇਮਾਮ ਨੂੰ ਕਿਉਂ ਹਟਾਉਣਾ ਚਾਹੁੰਦੇ ਹੋ। ਮੈਂ ਕਿਹਾ ਕਿਉਂਕਿ ਇਹਨੇ ਪ੍ਰੋਟੋਕੋਲ ਤੋੜਿਆ। ਪ੍ਰੋਟੋਕੋਲ 'ਚ ਰਹਿਣਾ ਬਹੁਤ ਜ਼ਰੂਰੀ। ਮਿਸਾਲ ਦੇ ਤੌਰ ਤੇ ਮਸਜਿਦ ਹੈ, ਹਰ ਧਰਮ ਦਾ ਬੰਦਾ ਜਾ ਸਕਦਾ ਹੈ। ਮੰਦਰ ਹੈ, ਹਰ ਇੱਕ ਧਰਮ ਦਾ ਬੰਦਾ ਉੱਥੇ ਜਾ ਸਕਦਾ ਹੈ। ਸ਼੍ਰੀ ਦਰਬਾਰ ਸਾਹਿਬ ਹੈ ਅੰਮ੍ਰਿਤਸਰ, ਹਰ ਧਰਮ ਦਾ ਬੰਦਾ ਜਾ ਸਕਦਾ ਹੈ। ਲੇਕਿਨ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਸਿਰ ਤੇ ਕੌਣ ਰੱਖ ਸਕਦਾ ਹੈ ਜੀ? ਗੁਰੂ ਸਾਹਿਬ ਦੀ ਸੇਵਾ ਕੌਣ ਕਰ ਸਕਦਾ ਹੈ? ਜਾ ਤਾਂ ਹਰ ਕੋਈ ਸਕਦਾ ਹੈ, ਗੁਰੂ ਦੀ ਸੇਵਾ ਕੌਣ ਕਰ ਸਕਦਾ? ਜਿਹੜਾ ਗੁਰੂ ਦਾ। ਹਾਂਜੀ, ਇਹੀ ਗੱਲ ਸਮਝਾਉਣਾ ਚਾਹੁੰਦਾ ਕਿ ਪ੍ਰੋਟੋਕੋਲ ਜਿਹੜਾ ਹੈ ਉਹ ਨਿਹਾਇਤ ਜ਼ਰੂਰੀ ਹੈ ਧਰਮ ਦੇ ਵਿੱਚ ਵੀ। ਰੋਕਿਆ ਤਾਂ ਕਿਸੇ ਨੂੰ ਨਹੀਂ ਜਾ ਰਿਹਾ ਮਸਜਿਦ 'ਚ ਜਾਣ ਤੋਂ, ਲੇਕਿਨ ਕੁਰਾਨ ਸ਼ਰੀਫ ਦੀ ਜਿਹੜੀ ਸੇਵਾ ਹੈ ਉਹ ਕਿਹਨੇ ਕਰਨੀ ਹੈ? ਉਹ ਤਾਂ ਉਹਨੇ ਹੀ ਕਰਨੀ ਹੈ ਜਿਹਨੇ ਵਜ਼ੂ ਕੀਤਾ ਹੋਵੇ, ਜਿਹਦੀ ਦਾੜੀ ਪੂਰੀ ਹੋਵੇ, ਜਿਹੜਾ ਝੂਠ ਨਾ ਬੋਲਦਾ ਹੋਵੇ, ਇਮਾਨਦਾਰ ਹੋਵੇ, ਜਿਹਦੀ ਅੱਖਾਂ 'ਚ ਸ਼ਰਮੋ ਹਯਾ ਹੋਵੇ, ਜਿਹੜਾ ਬੇਈਮਾਨੀ ਨਾਲ ਲੋਕਾਂ ਨਾਲ ਕਰਦਾ ਹੋਵੇ, ਜਿਹੜਾ ਦੇਖਣ ਨੂੰ ਵੀ ਪੂਰਾ ਪਾਕ ਮੁਸਲਮਾਨ ਲੱਗਦਾ ਹੋਵੇ, ਤੇ ਉਹੀ ਜਾ ਕੇ ਕੁਰਾਨ ਪਾਕ ਦੀ ਤਿਲਾਵਤ ਕਰੇਗਾ ਨਾ ਜੀ। ਤੇ ਇਹਦਾ ਮਤਲਬ ਇਹ ਹੈ ਕਿ ਇਬਾਦਤ ਸਿਰਫ ਘਰ 'ਚ ਤਾਂ ਹੋ ਸਕਦੀ, ਲੇਕਿਨ ਇਬਾਦਤ ਹੁੰਦੀ ਕਿਉਂ ਹੈ? ਇਬਾਦਤ ਕਰਦੇ ਕਿਉਂ ਹੈ? ਸਾਡੇ ਧਰਮ 'ਚ ਲਿਖਿਆ ਵੀ ਨਮਾਜ਼ ਪੜ੍ਹੋ, ਲੇਕਿਨ ਕੁਰਾਨ ਪਾਕ 'ਚ ਲਿਖਿਆ ਵੀ ਨਮਾਜ਼ ਕਿਉਂ ਪੜ੍ਹੋ? ਕੀ ਗੱਲ ਹੋ ਗਈ ਨਮਾਜ਼ ਪੜ੍ਹਾਉਣੀ ਹੈ? ਅਸੀਂ 5 ਵੇਲੇ ਅਜ਼ਾਨ ਦੇ ਕੇ ਨਮਾਜ਼ ਪੜ੍ਹਦੇ ਹਾਂ ਔਰ ਸਾਰੇ ਲੋਕਾਂ ਨੂੰ ਕਹਿੰਦੇ ਮਸਜਿਦ 'ਚ ਆ ਕੇ ਨਮਾਜ਼ ਪੜ੍ਹੋ। ਲੇਕਿਨ ਅਗਰ ਤੁਸੀਂ ਕਿਸੇ ਬੜੇ ਮੌਲਵੀ ਨੂੰ ਜਾਂ ਆਮ ਮੁਸਲਮਾਨ ਨੂੰ ਪੁੱਛੋਗੇ ਵੀ ਇਹਨਾਂ 5 ਨਮਾਜ਼ਾਂ ਤੋਂ ਇਲਾਵਾ ਕੋਈ ਅੱਛੀ ਹੋਰ ਨਮਾਜ਼ ਵੀ ਹੈ, ਤੇ ਉਹ ਤੁਹਾਨੂੰ ਦੱਸੇਗਾ ਹਾਂ ਇਹਨਾਂ ਤੋਂ ਵੱਡੀ ਇੱਕ ਨਮਾਜ਼ ਹੈ, ਉਹਨੂੰ ਅਸੀਂ ਤਹੱਜੁਦ ਦੀ ਨਮਾਜ਼ ਕਹਿੰਦੇ, ਉਹ ਰਾਤ ਨੂੰ 2:30 ਵਜੇ ਪੜ੍ਹੀ ਜਾਂਦੀ ਹੈ। ਉਸ ਨਮਾਜ਼ ਦੇ ਲਈ ਅਜ਼ਾਨ ਦੇਣ ਦੀ ਜ਼ਰੂਰਤ ਨਹੀਂ, ਉਸ ਨਮਾਜ਼ ਦੇ ਲਈ ਮੌਲਵੀ ਬੁਲਾਉਣ ਦੀ ਜ਼ਰੂਰਤ ਨਹੀਂ, ਉਸ ਨਮਾਜ਼ ਦੇ ਲਈ ਮਸਜਿਦ 'ਚ ਜਾਣ ਦੀ ਜ਼ਰੂਰਤ ਨਹੀਂ, ਉਹ ਸਭ ਤੋਂ ਬੜੀ ਨਮਾਜ਼ ਹੈ। ਤੇ ਫਿਰ ਇਹ 5 ਨਮਾਜ਼ਾਂ 'ਚ ਇੰਨਾ ਮਤਲਬ ਐਡਾ ਵੱਡਾ ਤੁਸੀਂ ਸਿਸਟਮ ਕਿਉਂ ਕ੍ਰੀਏਟ ਕੀਤਾ? ਤੇ ਇਸਲਾਮ ਨੇ ਕਿਹਾ, ਪਿਆਰੇ ਨਬੀ ਹਜ਼ਰਤ ਮੁਹੰਮਦ ਸੱਲੱਲਾਹੁ ਅਲੈहि ਵਸੱਲਮ ਨੇ ਸਾਨੂੰ ਸਿੱਖਿਆ ਦਿੱਤੀ ਕਿ ਨਮਾਜ਼ਾਂ 5 ਤੁਹਾਨੂੰ ਤਾਂ ਪੜ੍ਹਾ ਰਹੇ ਹੈ ਤਾਂ ਕਿ ਤੁਸੀਂ ਇਕੱਠੇ ਹੋ ਕੇ ਪੜ੍ਹੋ। ਫਰਮਾਇਆ ਮੋਢੇ ਨਾਲ ਮੋਢਾ ਜੋੜ ਕੇ ਪੜ੍ਹੋ ਤਾਂ ਕਿ ਤੁਹਾਡੇ ਦਿਲ ਆਪਸ 'ਚ ਜੁੜ ਜਾਣ, ਔਰ ਇਹਦਾ ਮਤਲਬ ਤੁਸੀਂ ਚੰਗੇ ਬੰਦੇ ਬਣ ਜਾਓ। ਕੁਰਾਨ ਪਾਕ 'ਚ ਆਇਤ ਹੈ ਕਿ ਨਮਾਜ਼ ਤਾਂ ਪੜ੍ਹਾਣੇ ਤਾਂ ਕਿ ਤੁਸੀਂ ਚੰਗੇ ਬੰਦੇ ਬਣੋ। ਚੰਗੇ ਬੰਦੇ ਕਿਹਦੇ ਲਈ ਬਣਾਉਣਾ ਚਾਹੁੰਦੇ ਆ? ਚੰਗੇ ਬੰਦੇ ਤਾਂ ਕਿ ਜਿਹੜਾ ਨਮਾਜ਼ ਪੜ੍ਹਦਾ ਉਹ ਆਪਣੇ ਮਾਂ-ਬਾਪ ਲਈ ਚੰਗਾ ਹੋਵੇ, ਜਿਹੜਾ ਨਮਾਜ਼ ਪੜ੍ਹਦਾ ਉਹ ਆਪਣੀ ਬੀਵੀ ਲਈ ਚੰਗਾ ਹੋਵੇ, ਜਿਹੜਾ ਨਮਾਜ਼ ਪੜ੍ਹਦਾ ਉਹ ਆਪਣੇ ਬੱਚਿਆਂ ਲਈ ਚੰਗਾ ਹੋਵੇ, ਜਿਹੜਾ ਨਮਾਜ਼ ਪੜ੍ਹਦਾ ਉਹ ਆਪਣੇ ਗੁਆਂਢੀਆਂ ਲਈ। ਅਗਰ ਉਹ ਇਹ 4 ਕੈਟਾਗਰੀਆਂ ਪੂਰੀਆਂ ਨਹੀਂ ਕਰ ਰਿਹਾ, ਫਿਰ ਕੋਈ ਇਬਾਦਤ ਨਹੀਂ, ਫਿਰ ਕੋਈ ਨਮਾਜ਼ ਨਹੀਂ, ਕੋਈ ਸਜਦਾ ਨਹੀਂ, ਕੋਈ ਮੱਥਾ ਨਹੀਂ ਕਬੂਲ ਹੋ ਸਕਦਾ ਟੇਕਿਆ ਹੋਇਆ, ਜਦ ਤੱਕ ਤੁਸੀਂ ਇਬਾਦਤ ਦੀ ਰੂਹ ਨੂੰ ਨਹੀਂ ਫੜੋਗੇ। ਹੁਣ ਰੂਹ ਤਾਂ ਮਰ ਗਈ, ਖਾਲੀ ਦਿਖਾਵਾ ਰਹਿ ਗਿਆ, ਇਸ ਲਈ ਜਾਤੀ ਰੂਹ ਨਹੀਂ ਜ਼ਿੰਦਾ ਕੀਤੀ ਜਾਂਦੀ, ਮਸਲਾ ਹੱਲ ਨਹੀਂ ਹੋਣਾ। ਪੋਲੀਟੀਕਲ ਰਿਐਕਸ਼ਨ ਲੈ ਲੈਣੇ ਇਮਾਮ ਸਾਹਿਬ, ਕੱਲ ਮੁੱਖ ਮੰਤਰੀ ਸਾਹਿਬ ਨਾਲ ਮੁਲਾਕਾਤ ਹੋਈ ਹੈ, ਕਿਹਨਾਂ ਮਸਲਿਆਂ ਤੇ ਗੱਲਬਾਤ ਹੋਈ ਕਿਉਂਕਿ ਇਲੈਕਸ਼ਨ ਬਿਲਕੁਲ ਨਜ਼ਦੀਕ ਹੈ? ਮਾਣਯੋਗ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਨੇ ਸਰਦਾਰ ਚਰਨਜੀਤ ਸਿੰਘ ਜੀ ਚੰਨੀ ਸਾਹਿਬ, ਉਹਨਾਂ ਦੇ ਨਾਲ ਮੇਰੀ ਪਰਸੋਂ ਸ਼ਾਮ ਜਿਹੜੀ ਹੈ ਮੁਲਾਕਾਤ ਹੋਈ। ਮੁਲਾਕਾਤ ਦਾ ਸਬਬ ਇਹ ਬਣਿਆ ਕਿ ਮੇਰੇ ਮਰਹੂਮ ਫਾਦਰ ਸਾਹਿਬ ਜਿਹੜੇ ਪੰਜਾਬ ਦੇ ਸਾਬਕਾ ਸ਼ਾਹੀ ਇਮਾਮ ਨੇ ਮੌਲਾਨਾ ਹਬੀਬੁਰ ਰਹਿਮਾਨ ਲੁਧਿਆਣਵੀ ਸਾਹਿਬ, ਉਹ ਪਿਛਲੇ ਮਹੀਨੇ 10 ਤਰੀਕ ਨੂੰ ਦੁਨੀਆ ਤੋਂ ਤਸ਼ਰੀਫ ਲੈ ਗਏ। ਹਜ਼ਾਰਾਂ ਲੱਖਾਂ ਲੋਕ ਉਹਨਾਂ ਦੇ ਜਨਾਜ਼ੇ ਹੀ ਸੀ। ਤੇ ਉਸ ਤੋਂ ਬਾਅਦ ਜਦੋਂ ਮੇਰੀ ਦਸਤਾਰਬੰਦੀ ਹੋਈ ਔਰ ਫਿਰ ਪੂਰੇ ਪੰਜਾਬ ਦੇ ਮੁਸਲਮਾਨ ਜਿਹੜੇ ਆ ਰੋਜ਼ਾਨਾ ਲੁਧਿਆਣਾ ਜਾਮਾ ਮਸਜਿਦ ਆਉਣਾ ਸ਼ੁਰੂ ਹੋਏ, ਉਹ ਸਿਲਸਿਲਾ ਅਜੇ ਤੱਕ ਚੱਲ ਰਿਹਾ। ਤੇ ਹਰੇਕ ਮੁਸਲਮਾਨ ਦਾ ਇੱਕ ਰੋਜ਼ਾਨਾ ਮੈਨੂੰ ਇੱਕ ਮੁਤਾਲਬਾ ਹੈ, ਕਹਿਣਾ ਹੈ ਕਿ ਚੰਨੀ ਸਾਹਿਬ ਜਿਹੜੇ ਨੇ ਉਹ ਬੜੀ ਤੇਜ਼ੀ ਦੇ ਨਾਲ ਪੰਜਾਬ ਦੇ ਜੇ ਆਮ ਲੋਕਾਂ ਦੇ ਵਿੱਚ ਵਿਚਰਦੇ ਪਏ ਨੇ ਔਰ ਪੰਜਾਬ ਦੇ ਆਮ ਲੋਕਾਂ ਦੇ ਮਸਲੇ ਹੱਲ ਕਰਦੇ ਪਏ ਨੇ, ਕਿਉਂ ਨਾ ਅਸੀਂ ਮੁਸਲਮਾਨਾਂ ਦੇ ਮਸਾਇਲ ਜਿਹੜੇ ਨੇ ਇਸ ਨਵੇਂ ਬਣੇ ਮੁੱਖ ਮੰਤਰੀ ਦੇ ਅੱਗੇ ਰੱਖੀਏ। ਔਰ ਜਿੱਥੇ ਸਾਰੇ ਲੋਕ ਫਾਇਦਾ ਚੱਕ ਰਹੇ ਨੇ, ਉੱਥੇ ਮੁਸਲਮਾਨਾਂ ਦੀ ਜਿਹੜੀਆਂ ਲੰਬੀਆਂ ਮੰਗਾਂ ਪਿਛਲੇ 60-70 ਸਾਲ ਤੋਂ ਜਿਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ, ਜਿਵੇਂ ਕਿ ਮਿਸਾਲ ਦੇ ਤੌਰ ਤੇ ਪੰਜਾਬ ਦੇ ਵਿੱਚ ਕਬਰਸਤਾਨ ਹੈਗੇ, ਸਾਡਾ ਮਹਿਕਮਾ ਸਾਡੇ ਕਬਰਸਤਾਨ, ਲੇਕਿਨ ਸਾਡੇ ਕੋਲ ਕਬਜ਼ਾ ਨਹੀਂ। ਜਿੱਥੇ ਕਬਜ਼ਾ ਹੈਗਾ 4 ਦੀਵਾਰੀ ਹੈ ਨਹੀਂ, ਜਿੱਥੇ 4 ਦੀਵਾਰੀ ਹੈ ਜਾਂ ਤਾਂ ਉਹਨਾਂ 'ਚ ਸੀਵਰੇਜ ਦਾ ਪਾਣੀ ਪਾ ਦਿੱਤਾ ਗਿਆ, ਗੰਦਾ ਪਾਣੀ ਦੀ ਨਿਕਾਸੀ ਉਹਨਾਂ ਦੀ ਚੱਲ ਕਰ ਦਿੱਤੀ ਗਈ। ਦੂਸਰੀ ਗੱਲ, ਜਿਹੜੀਆਂ ਮਸਜਿਦਾਂ ਨੇ ਪਿੰਡਾਂ 'ਚ ਜਿਹੜੇ ਸਾਡੇ ਮੁਸਲਮਾਨ ਰਹਿ ਰਹੇ, ਪੇਂਡੂ ਮੁਸਲਮਾਨ ਜਿਹੜੇ ਨੇ, ਉਹਨਾਂ ਦੀ ਤਾਦਾਦ ਜਿਹੜੀ ਪਿੰਡਾਂ 'ਚ ਹੈ ਉਹ ਇੰਨੀ ਸਮਰਥ ਨਹੀਂ ਨੇ ਕਿ ਉਹ ਆਪਣੇ ਇਮਾਮ ਨੂੰ ਪੂਰੀ ਤਨਖਾਹ ਦੇ ਸਕਣ। ਤੇ ਸਾਡੇ ਕੋਲ ਮਹਿਕਮਾ ਵੀ ਉਹ ਤਨਖਾਹ ਪੂਰੀ ਕਿਉਂ ਨਹੀਂ ਦੇ ਰਹੇ? 3000 ਰੁਪਏ ਏਟ ਕੀ ਹੁੰਦੀ ਹੈ? ਕੁਝ ਵੀ ਨਹੀਂ ਹੁੰਦੀ। ਉਸ ਤੋਂ ਬਾਅਦ ਫਿਰ ਅਗਲੇ ਮਸਲੇ ਨੂੰ ਆ ਜਾਓ ਤੁਸੀਂ, ਜਿਹੜੇ ਇਮਾਮ ਹੈਗੇ ਸਾਡੇ ਕੋਲ, ਉਹਨਾਂ ਨੂੰ ਜਿੰਨੇ ਵੀ ਕਈ ਹਜ਼ਾਰ ਇਮਾਮ ਸਾਡੇ ਕੋਲ ਪੰਜਾਬ ਦੇ ਵਿੱਚ ਐਸੇ ਜਿਨ੍ਹਾਂ ਦੀ ਹਜੇ ਤੱਕ ਲਗਾਤਾਰ ਤਨਖਾਹ ਦਾ ਕੋਈ ਮਸਲਾ ਹਜੇ ਤੱਕ ਹੱਲ ਨਹੀਂ ਹੋ ਸਕਿਆ। ਉਸ ਤੋਂ ਬਾਅਦ ਤੁਸੀਂ ਅੱਗੇ ਆ ਜਾਓ, OBC ਦੇ ਜਿਹੜੇ ਸਰਟੀਫਿਕੇਟ ਨੇ, ਜਿਹਨੂੰ ਅਸੀਂ ਅਦਰ ਬੈਕਵਰਡ ਕਲਾਸਿਸ ਕਹਿ ਲੈਂਦੇ। ਮਿਸਾਲ ਦੇ ਤੌਰ ਤੇ ਇੱਕ ਬੰਦਾ ਜੁਲਾਹਾ ਹੈ, ਅਗਰ ਉਹ ਨੌਨ ਮੁਸਲਿਮ ਜੁਲਾਹਾ ਹੈ ਤੇ ਉਹਨੂੰ OBC ਦਾ ਸਰਟੀਫਿਕੇਟ ਮਿਲ ਰਿਹਾ, ਅਗਰ ਮੁਸਲਮਾਨ ਜੁਲਾਹਾ ਹੈ ਤੇ ਉਹਨੂੰ ਮਿਲ ਨਹੀਂ ਰਿਹਾ।
ਇਹ ਵਿਤਕਰਾ ਵੀ ਸਾਡੀ ਪਿਛਲੀ ਸਰਕਾਰ ਨੇ ਸ਼ੁਰੂ ਕੀਤਾ ਸੀ। ਇਹਦਾ ਵੀ ਬਹੁਤ ਛੋਟਾ ਜਿਹਾ ਕਿੱਸਾ ਹੈ, ਤੁਹਾਨੂੰ ਮੈਂ ਦੱਸ ਦਿੰਦਾ। ਹਾਲਾਂਕਿ ਮੈਂ ਕਿਸੇ ਤੇ ਸਿਆਸੀ ਕੋਈ ਟਾਂਚ ਨਹੀਂ ਕਰਨਾ ਚਾਹੁੰਦਾ, ਲੇਕਿਨ ਇਹ ਵਿਤਕਰਾ ਇੱਦਾਂ ਹੋਇਆ ਕਿ ਸਾਡੇ ਸਾਬਕਾ ਮੁੱਖ ਮੰਤਰੀ ਸਾਹਿਬ ਦੇ ਜਿਹੜੇ ਪ੍ਰਿੰਸੀਪਲ ਸੈਕਟਰੀ ਰਹੇ ਨੇ ਗੁਰੂ ਜੀ, ਉਹਨਾਂ ਨੇ ਭਦੌੜ ਤੋਂ ਐਮਐਲਏ ਦਾ ਇਲੈਕਸ਼ਨ ਲੜਿਆ। ਉੱਥੋਂ ਮੁਹੰਮਦ ਸਦੀਕ ਨੇ ਵੀ ਇਲੈਕਸ਼ਨ ਲੜਿਆ। ਸਦੀਕ ਸਾਹਿਬ ਜਿੱਤ ਗਏ। ਜਦੋਂ ਜਿੱਤ ਗਏ, ਸਰਕਾਰ ਨੇ ਉਹਨਾਂ ਦੇ ਖਿਲਾਫ ਹਾਈ ਕੋਰਟ 'ਚ ਇੱਕ ਰਿਟ ਪਾਸ ਕੀਤੀ, ਕਿਉਂਕਿ ਇਹ ਓਬੀਸੀ 'ਚ ਨਹੀਂ ਹੈ, ਇਹਨੇ ਗਲਤ ਨਾਮਜ਼ਦਗੀ ਭਰੀ ਹੈ, ਸੀਟ ਰਿਜ਼ਰਵ ਸੀ, ਇਹਦੀ ਐਮਐਲਏਸ਼ਿਪ ਕੈਂਸਲ ਕਰੋ। ਹਾਈ ਕੋਰਟ ਨੇ ਮੰਗੀ ਡਿਟੇਲ ਵੀ ਕਿਹੜੀਆਂ ਧਰਮਾਂ ਤੇ ਕਿਹੜੀਆਂ ਬਰਾਦਰੀਆਂ ਜਿਹੜੀਆਂ ਉਹ ਉਹਦੇ 'ਚ ਹੈਗੀਆਂ ਕਿ ਨਹੀਂ ਹੈਗੀਆਂ। ਇੱਧਰੋਂ ਸਦੀਕ ਸਾਹਿਬ ਨੇ ਤਾਂ ਐਲਾਨ ਕਰਤਾ ਵੀ ਮੈਂ ਮੁਸਲਮਾਨ ਹੈ ਹੀ ਨਹੀਂ। ਸਮਝ ਗਏ ਤੁਸੀਂ ਗੱਲ। ਲੇਕਿਨ ਸਰਕਾਰ ਨੇ, ਪਿਛਲੀ ਸਰਕਾਰ ਨੇ ਉਹਨਾਂ ਦੀ ਸਦੱਸਤਾ ਰੱਦ ਕਰਨ ਦੇ ਲਈ ਕੈਬਨਿਟ ਦੇ ਵਿੱਚ ਬਕਾਇਦਾ ਮਤਾ ਪਾਸ ਕਰ ਦਿੱਤਾ ਕਿ ਆਹ ਬਰਾਦਰੀਆਂ ਦੇ ਲੋਕ ਅਗਰ ਮੁਸਲਮਾਨ ਹੋਣਗੇ ਤਾਂ ਇਹਨਾਂ ਨੂੰ ਜਾਤੀ ਸਰਟੀਫਿਕੇਟ ਨਹੀਂ ਦਿੱਤਾ ਜਾਊਗਾ। ਮੈਂ ਇਹਨਾਂ ਸਿਆਸਤਦਾਨਾਂ ਨੂੰ ਪੁੱਛਣਾ ਚਾਹੁੰਦਾ, ਤੁਹਾਡੀ ਤਾਂ ਇੱਕ ਐਮਐਲਏ ਦੀ ਸੀਟ ਦੀ, ਸਾਡੇ ਤਾਂ ਨਿਆਣੇ ਰੋਲ ਤੇ ਤੁਸੀਂ ਪਿਛਲੇ 10 ਸਾਲਾਂ 'ਚ ਕਿੰਨੇ ਕਾਲਜਾਂ 'ਚ ਸਾਡੇ ਬੱਚੇ ਦਾਖਲੇ ਨਹੀਂ ਲੈ ਸਕੇ, ਕਿੰਨੀ ਨੌਕਰੀਆਂ ਤੋਂ ਸਾਡੇ ਬੱਚੇ ਜਿਹੜੇ ਆ ਵਾਂਝੇ ਰਹਿ ਗਏ ਆ, ਕਿੰਨੇ ਸਕੂਲਾਂ 'ਚ ਪੁੱਛੋ ਮੁਸਲਮਾਨਾਂ ਨੂੰ ਜਾ ਕੇ, ਜਦੋਂ ਜਾਤੀ ਸਰਟੀਫਿਕੇਟ ਬਣਾਉਣ ਲਈ ਜਾਂਦੇ ਤਹਿਸੀਲਦਾਰ ਕਹਿੰਦਾ ਕਿ ਨਹੀਂ ਤੁਹਾਡਾ ਸਰਟੀਫਿਕੇਟ ਨਹੀਂ ਬਣਨਾ। ਇੱਦਾਂ ਦੇ ਬੇਸ਼ੁਮਾਰ ਮਸਾਇਲ ਜਿਹੜੇ ਮੁਸਲਮਾਨਾਂ ਦੇ ਕਈ ਡੀਸੀ ਦਫ਼ਤਰਾਂ 'ਚ ਪੈਂਡਿੰਗ ਹੈ, ਕਿਤੇ ਕਮਿਸ਼ਨਰ ਦਫ਼ਤਰਾਂ ਦੇ ਵਿੱਚ ਪੈਂਡਿੰਗ ਹੈ। ਅਸੀਂ ਤਾਂ ਬੜੀ ਉਮੀਦ ਦੇ ਨਾਲ ਚੰਨੀ ਸਾਹਿਬ ਕੋਲ ਗਏ ਹਾਂ ਔਰ ਅਸੀਂ ਆਪਣੀ ਗੱਲ ਜਿਹੜੀ ਬੜੀ ਉਹਨਾਂ ਨੇ ਸੁਣੀ ਵੀ ਬੜੀ ਮੁਹੱਬਤ ਨਾਲ, ਬੜੀ ਤਫਸੀਲ ਨਾਲ। ਅੱਧਾ ਘੰਟਾ ਉਹਨਾਂ ਨੇ ਸਮਾਂ ਵੀ ਦਿੱਤਾ ਔਰ ਉਹਨਾਂ ਨੇ ਬੜੀ ਇਤਮੀਨਾਨ ਨਾਲ। ਹਾਂ, ਪੱਖੀ ਰਿਹਾ ਜੀ। ਦੇਖੋ, ਸਾਡਾ ਕੰਮ ਹੈ, ਮੁੱਖ ਮੰਤਰੀ ਦਾ ਜਿਹੜਾ ਹੁੰਦਾ ਕਿਸੇ ਪਾਰਟੀ ਦਾ ਨਹੀਂ ਹੁੰਦਾ, ਸਟੇਟ ਦਾ ਹੁੰਦਾ ਜੀ। ਮੁੱਖ ਮੰਤਰੀ ਇੱਦਾਂ ਹੁੰਦਾ ਜਿੱਦਾਂ ਸਟੇਟ ਦੀ ਮਾਂ ਬਾਪ ਦਾ ਦਰਜਾ ਉਹਨੂੰ ਦਿੱਤਾ ਜਾਂਦਾ। ਤੇ ਅਸੀਂ ਤਾਂ ਆਪਣਾ ਰੋਣਾ ਰੋਏ ਆਏ ਹਾਂ ਜੀ, ਦੱਸਿਆ ਹੈ ਆਪਣੀ ਤਕਲੀਫ, ਆਪਣਾ ਦੁੱਖ ਦੱਸਿਆ ਹੈ ਔਰ ਮੈਨੂੰ ਉਮੀਦ ਹੈ ਜਿੱਥੇ ਹੋਰ ਲੋਕਾਂ ਦੇ ਦੁੱਖਾਂ ਦਾ ਮਦਾਵਾ ਹੋ ਰਿਹਾ, ਸਾਡਾ ਵੀ ਹੋਏਗਾ ਇਨਸ਼ਾਅੱਲਾ। ਲਾਸਟ ਸਵਾਲ ਹੈ, 2022 ਦੇ ਵਿੱਚ ਯੂਪੀ 'ਚ ਵੀ ਇਲੈਕਸ਼ਨ ਹੋ ਰਹੇ ਨੇ, ਕਿਵੇਂ ਦੇਖਦੇ ਹੋ? ਕਿਉਂਕਿ ਮੋਦੀ ਔਰ ਯੋਗੀ ਦਾ ਸਭ ਤੋਂ ਜ਼ਿਆਦਾ ਜੇ ਕਿਹਾ ਜਾਵੇ ਤਾਂ ਸੈਂਟਰ ਯੂਪੀ ਹੈ ਔਰ ਬੜੀ ਜ਼ਬਰਦਸਤ ਤਰੀਕੇ ਦੇ ਨਾਲ ਜਿਹੜਾ ਉੱਥੇ ਨਜ਼ਰਾਂ ਯੂਪੀ ਦੇ ਵਿੱਚ ਜਿਹੜੀਆਂ ਉਹ ਗੜਾ ਕੇ ਬੈਠੇ ਨੇ। ਦੇਖੋ, ਜਿੱਥੇ ਤੱਕ ਉੱਤਰ ਪ੍ਰਦੇਸ਼ ਦੇ ਇਲੈਕਸ਼ਨ ਦਾ ਸਵਾਲ ਹੈ, ਉੱਥੇ ਦੀ ਜਿਹੜੀ ਇਸ ਵੇਲੇ ਦੀ ਸਰਕਾਰ ਹੈ ਉਹ ਸਿੱਧਾ ਸਿੱਧਾ ਉਹਨੂੰ ਕਮਿਊਨਲ ਕਰ ਰਹੀ ਹੈ, ਸਿੱਧਾ ਸਿੱਧਾ ਉਹਨੂੰ ਵੰਡ ਰਹੀ ਹੈ ਧਰਮ ਦੇ ਆਧਾਰ ਦੇ ਉੱਤੇ। ਪਿੱਛੇ ਉੱਥੇ ਇੱਕ ਬਹੁਤ ਬੜੇ ਆਲਿਮ ਹੈ ਸਾਡੇ ਮੌਲਾਨਾ ਕਲੀਮ ਸਿੱਦੀਕੀ ਸਾਹਿਬ, ਤੇ ਉਹਨਾਂ ਦੇ ਉੱਤੇ ਇੱਕ ਝੂਠਾ ਮੁਕੱਦਮਾ ਜਿਹੜਾ ਹੈ ਉਹ ਪਾਇਆ ਗਿਆ। ਉੱਥੇ ਦੀਆਂ ਜਿਹੜੀਆਂ ਘੱਟ ਗਿਣਤੀਆਂ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ, ਕੀ ਸਮਝੋ। ਔਰ ਜਿਹੜੇ ਧਾਕੜ ਲੋਕ ਨੇ ਯੂਪੀ 'ਚ ਅਗਰ ਤੁਸੀਂ ਜਾਓਗੇ ਤਾਂ ਉੱਥੇ ਦਾ ਸਟਾਈਲ ਦੇਖ ਕੇ ਤੁਹਾਨੂੰ ਲੱਗੇਗਾ ਕਿ ਵਾਕਈ ਇੱਥੇ ਅੱਜ ਵੀ ਕਈ 100 ਸਾਲ ਪੁਰਾਣਾ ਜਿਹੜਾ ਸਿਸਟਮ ਹੈ ਰੀਤੀ ਰਿਵਾਜਾਂ ਦਾ ਉਹ ਚੱਲ ਰਿਹਾ ਹੈ। ਤੇ ਗਰੀਬ ਜਿਹੜਾ ਹੋਰ ਗਰੀਬ ਹੋ ਰਿਹਾ, ਅਮੀਰ ਜਿਹੜਾ ਹੋਰ ਗਰੀਬ ਹੋ ਰਿਹਾ। ਮੈਂ ਯੂਪੀ ਦੇ ਲੋਕਾਂ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਕਿ ਯੂਪੀ ਭਾਰਤ ਦੀ ਰੀੜ੍ਹ ਦੀ ਹੱਡੀ ਹੈ। ਉੱਥੇ ਭਾਵੇਂ ਮੁਸਲਮਾਨ ਰਹਿੰਦੇ, ਭਾਵੇਂ ਹਿੰਦੂ ਭਰਾ ਰਹਿੰਦੇ ਨੇ, ਭਾਵੇਂ ਸਿੱਖ ਔਰ ਭਾਵੇਂ ਦਲਿਤ, ਤੁਸੀਂ ਭਾਰਤ ਦੇ ਰੀੜ੍ਹ ਦੀ ਹੱਡੀ ਹੋ। ਭਾਰਤ ਦੀ ਸਭ ਤੋਂ ਬੜੀ ਸਟੇਟਾਂ 'ਚੋਂ ਇੱਕ ਹੈ ਔਰ ਸਭ ਤੋਂ ਜ਼ਿਆਦਾ MP MLA ਉੱਥੋਂ ਜਿੱਤਦੇ ਆ। ਪੂਰੇ ਭਾਰਤ ਦੇ ਲੋਕ ਤੁਹਾਡੇ ਵੱਲ ਦੇਖਦੇ ਪਏ ਵੀ ਤੁਸੀਂ ਕੀ ਕਰ ਰਹੇ ਹੋ। ਆਉਣ ਵਾਲਾ ਸਮਾਂ ਭਾਰਤ ਦੇ ਲੋਕ ਵੀ ਆਪਣੇ ਹੀ ਹਮਵਤਨ ਦੋਸਤਾਂ ਤੋਂ, ਚਾਹੇ ਉਹ ਕਿਸੇ ਵੀ ਧਰਮ ਦੇ ਲੋਕ ਨੇ, ਉਹਨਾਂ ਤੋਂ ਉਮੀਦ ਰੱਖਦੇ ਨੇ ਕਿ ਇਹ ਲੋਕ ਵੀ ਆਖਰ ਉੱਠਣਗੇ ਔਰ ਦੇਸ਼ ਨੂੰ ਇੱਕ ਐਸੀ ਸਰਕਾਰ ਤੋਂ ਨਿਜਾਤ ਦਿਲਵਾਉਂਗੇ ਜਿਹੜੀ ਸਰਕਾਰ ਨੇ ਅੱਜ ਤੱਕ ਕਿਸੇ ਦੀ ਸੁਣੀ ਨਹੀਂ ਹੈ ਔਰ ਪੂੰਜੀਪਤੀਆਂ ਦੀ ਗੱਲ ਕਰਦੀ ਪਈ। ਪਰ ਮੇਰਾ ਇੱਕ ਕਾਊਂਟਰ ਕੁਐਸਚਨ ਹੈ ਸਰ, ਤੁਸੀਂ ਕਹਿ ਰਹੇ ਹੋ ਕਿ ਉੱਥੇ ਦੀ ਸਰਕਾਰ ਜਿਹੜੀ ਹੈ ਧਰਮ ਦੇ ਨਾਂ 'ਤੇ ਨਫ਼ਰਤ ਫੈਲਾਉਂਦੀ ਹੈ, ਪਰ ਸਭ ਰਾਜਨੀਤਿਕ ਪਾਰਟੀਆਂ ਦਾ ਇਹ ਹਾਲ ਹੈ। ਸਪਾ ਮੁਸਲਮਾਨਾਂ ਨੂੰ ਕੋਟ ਕਰ ਰਹੀ ਹੈ ਜੀ, BSP ਕਹਿ ਰਹੀ ਹੈ ਕਿ SC ਵੋਟ ਬੈਂਕ 'ਤੇ ਸਾਡੀ ਗੱਲ ਹੋਣੀ ਚਾਹੀਦੀ ਹੈ। ਤੁਹਾਨੂੰ ਲੱਗਦਾ ਕਿ ਜਾਤੀਆਂ ਤੋਂ ਉੱਪਰ ਉੱਠ ਕੇ ਵਿਕਾਸ ਦੀ ਗੱਲ ਹੋਣੀ ਚਾਹੀਦੀ ਹੈ, ਇਨਸਾਨੀਅਤ ਦੀ ਗੱਲ ਹੋਣੀ ਚਾਹੀਦੀ ਹੈ? ਕਿਉਂਕਿ ਧਰਮਾਂ ਦੇ ਨਾਂ ਤੋਂ ਤਾਂ 70 ਸਾਲਾਂ ਤੋਂ ਵੰਡ ਹੀ ਰਹੇ ਹਾਂ। ਤੁਹਾਨੂੰ ਮੈਂ ਇੱਕ ਖੂਬਸੂਰਤ ਕਿੱਸਾ ਸੁਣਾਉਣਾ। ਸੰਨ 1932 ਦੀ ਗੱਲ ਹੈ। ਅੰਗਰੇਜ਼ ਨੇ ਪਾੜ ਪਾਓ ਰਾਜ ਕਰਨ ਦੀ ਨੀਤੀ ਅਪਣਾਈ। ਸਾਡਾ ਪਰਿਵਾਰ ਪਿਛਲੇ 300 ਸਾਲ ਤੋਂ ਲੁਧਿਆਣੇ ਦੇ ਵਿੱਚ ਹੈ ਔਰ ਅਸੀਂ 150 ਸਾਲ ਅੰਗਰੇਜ਼ ਦੇ ਖਿਲਾਫ ਲੜੇ ਔਰ ਸਾਡੇ ਘਰ ਦੀ ਕੁਰਕੀ ਹੋਈ, ਮਸਜਿਦਾਂ ਗਿਰਾਈਆਂ ਗਈਆਂ ਅੰਗਰੇਜ਼ ਵੱਲੋਂ। 1857 ਦੀ ਜੰਗ ਆਜ਼ਾਦੀ 'ਚ ਮੇਰੇ ਪਰਦਾਦਾ ਦੇ ਪਰਦਾਦਾ ਮੌਲਾਨਾ ਸ਼ਾਹ ਅਬਦੁਲ ਕਾਦਰ ਲੁਧਿਆਣਵੀ ਨੇ ਅੰਗਰੇਜ਼ ਦੇ ਖਿਲਾਫ ਜੰਗ ਲੜੀ। 1932 'ਚ ਇਹ ਹਾਲਾਤ ਹੋ ਗਏ ਸੀਗੇ ਕਿ ਅੰਗਰੇਜ਼ ਦੇ ਦਬਾਅ ਦੀ ਵਜ੍ਹਾ ਨਾਲ ਆਜ਼ਾਦੀ ਦੀ ਮੂਵਮੈਂਟ ਤਾਂ ਚੱਲ ਰਹੀ ਸੀ, ਲੇਕਿਨ ਸਰਵ ਧਰਮਾਂ ਦੇ ਲੋਕ ਨਾ ਅਲੱਗ-ਅਲੱਗ ਚਲਾ ਰਹੇ ਸੀ। ਤੇ ਅੰਗਰੇਜ਼ ਨੇ ਰੇਲਵੇ ਸਟੇਸ਼ਨਾਂ ਦੇ ਉੱਤੇ ਘੜੇ ਰਖਵਾ ਤੇ ਉਹਨਾਂ ਦੇ ਉੱਤੇ ਲਿਖਵਾ ਦਿੱਤਾ ਹਿੰਦੂ ਪਾਣੀ, ਦੂਜੇ ਤੇ ਮੁਸਲਮਾਨ ਪਾਣੀ, ਔਰ ਬਕਾਇਦਾ 2-2 ਮੁਨਾਦੀ ਕਰਨ ਵਾਲੇ ਬੰਦੇ ਵੀ ਲਾਤੇ। ਜਦੋਂ ਟ੍ਰੇਨ ਆਉਂਦੀ ਸੀ ਉਹ ਆਵਾਜ਼ ਮਾਰਦਾ ਸੀ, ਹਿੰਦੂ ਪਾਣੀ ਪੀ ਲਓ, ਮੁਸਲਮਾਨ ਪਾਣੀ ਪੀ ਲਓ ਜੀ। ਤੇ ਉਸ ਵੇਲੇ ਲੁਧਿਆਣੇ ਦੇ ਜਿਹੜੇ ਬੜੇ ਸ਼ਾਹ ਇਮਾਮ ਸਾਹਿਬ ਹੁਣ ਗੁਜ਼ਰੇ, ਇਹਨਾਂ ਦੇ ਦਾਦਾ ਜੀ, ਉਹਨਾਂ ਦਾ ਨਾਮ ਵੀ ਮੌਲਾਨਾ ਹਬੀਬੁਰ ਰਹਿਮਾਨ ਲੁਧਿਆਣਵੀ, ਉਹਨਾਂ ਨੇ ਬਕਾਇਦਾ ਲੁਧਿਆਣਾ ਘਾਹ ਮੰਡੀ ਚੌਂਕ ਦੇ ਵਿੱਚ ਇਜਲਾਸ ਬੁਲਾਇਆ ਸਾਰੇ ਹਿੰਦੂ ਸਿੱਖ ਔਰ ਮੁਸਲਮਾਨਾਂ ਦਾ।
ਔਰ ਫਰਮਾਇਆ ਦੇਖੋ ਆਪਾਂ ਚਾਹੁੰਦੇ ਮੁਲਕ ਆਜ਼ਾਦ ਹੋ ਜਾਏ, ਲੋਕੀ ਕਹਿੰਦੇ ਹਾਂ ਬਿਲਕੁਲ ਚਾਹੁੰਦੇ, ਕਹਿੰਦਾ ਫਿਰ ਆਪਾਂ ਨੂੰ ਇਹ ਘੜੇ ਭੰਨਣੇ ਪੈਣੇ ਆ, ਇੱਕੋ ਹੀ ਪਾਣੀ ਪੀਣਾ ਪੈਣਾ ਤਾਂ ਮੁਲਕ ਆਜ਼ਾਦ ਹੋਣਾ। ਇਹ ਤਾਂ ਸਾਡੇ ਮੁਲਕ ਦੀ ਤਾਰੀਖ ਹੈ। ਅਗਰ ਅਸੀਂ ਇਕੱਲੇ ਇਕੱਲੇ ਲੜਦੇ ਤੇ ਅੱਜ ਆਜ਼ਾਦੀ ਦਾ ਮਾਣ ਥੋੜੀ ਮਿਲਣਾ ਸੀਗਾ, ਇਹ ਲੁਤਫ ਨਹੀਂ ਮਿਲਣਾ ਸੀ। ਅੱਜ ਅਸੀਂ ਬੋਲ ਰਹੇ ਹਾਂ ਡੈਮੋਕ੍ਰੇਸੀ ਦੀ ਵਜ੍ਹਾ ਨਾਲ, ਸਰਕਾਰਾਂ ਦੇ ਖਿਲਾਫ ਵੀ ਬੋਲਦੇ ਹਾਂ। ਅੰਗਰੇਜ਼ ਦੇ ਟਾਈਮ ਤਾਂ ਕੋਈ ਬੋਲ ਨਹੀਂ ਸਕਦਾ ਸੀ। ਔਰ ਫਿਰ ਮੌਲਾਨਾ ਹਬੀਬੁਰ ਰਹਿਮਾਨ ਲੁਧਿਆਣਵੀ ਨੇ ਸਾਰੇ ਸਟੇਸ਼ਨਾਂ ਤੇ ਘੜੇ ਭਨਵਾਏ, ਆਪ ਵੀ ਜੇਲ੍ਹ ਗਏ, ਉਹਨਾਂ ਦੇ ਸਾਥੀ ਵੀ ਜੇਲ੍ਹ ਗਏ। ਔਰ ਸਾਨੂੰ ਇਹ ਮਾਣ ਪ੍ਰਾਪਤ ਰਿਹਾ ਕਿ ਸਰਦਾਰ ਭਗਤ ਸਿੰਘ ਜਿਹਦੀ ਤਸਵੀਰ ਨਾਲ ਅੱਜ ਕੱਲ੍ਹ ਲੋਕੀ ਫੋਟੋ ਖਿਚਵਾਉਣਾ ਫਖਰ ਦੀ ਗੱਲ ਸਮਝਦੇ ਨੇ, ਉਹਨਾਂ ਦੇ ਪਿਤਾ ਜੀ ਸਰਦਾਰ ਕਿਸ਼ਨ ਸਿੰਘ ਜੀ, ਉਹਨਾਂ ਦੇ ਭਰਾ ਸਰਦਾਰ ਕੁਲਤਾਰ ਸਿੰਘ ਜੀ, ਉਹ ਸਾਡੇ ਘਰ 3 ਮਹੀਨੇ ਉਦੋਂ ਰਹੇ ਜਦੋਂ ਲੋਕ ਕਹਿੰਦੇ ਸੀ ਵੀ ਭਗਤ ਸਿੰਘ ਤਾਂ ਅੱਤਵਾਦੀ ਹੈ, ਅਸੀਂ ਇਹਦਾ ਸਾਥ ਨਹੀਂ ਦੇਣਾ। ਜੀ ਅਸੀਂ ਉਸ ਵੇਲੇ ਕੁਰਬਾਨੀ ਦਿੱਤੀ ਹੈ ਮੁਲਕ ਦੇ ਲਈ, ਜਦੋਂ ਲੋਕ ਭੱਜਦੇ ਸੀਗੇ ਨਹੀਂ ਕੁਰਬਾਨੀ ਨਹੀਂ ਦੇਣੀ। ਸੁਭਾਸ਼ ਚੰਦਰ ਬੋਸ ਨੂੰ ਜਾਪਾਨ ਛੱਡ ਕੇ ਆਏ ਮੌਲਾਨਾ ਹਬੀਬੁਰ ਰਹਿਮਾਨ ਲੁਧਿਆਣਵੀ, ਔਰ ਤੁਹਾਡਾ ਸੁਭਾਸ਼ ਜੀ ਨੂੰ ਉੱਥੇ ਲੁਧਿਆਣੇ ਉਹਨਾਂ ਨੂੰ ਆਪਣੇ ਘਰ ਰੱਖਿਆ 3 ਦਿਨ ਤੱਕ, ਸੁਭਾਸ਼ ਚੰਦਰ ਬੋਸ ਜੀ ਨੂੰ। ਲਾਲਾ ਲਾਜਪਤ ਰਾਏ ਦੇ ਉੱਤੇ ਜਦੋਂ ਲਾਠੀ ਚਾਰਜ ਹੋਇਆ, ਜਦੋਂ ਜਗਰਾਓਂ ਤੋਂ ਲੁਧਿਆਣੇ ਪਹੁੰਚੇ ਮਿਸਟਰ ਵੇਵਲ ਜਿਹੜਾ ਸੀਗਾ ਪੰਜਾਬ ਦਾ ਗਵਰਨਰ, ਉਹਦੇ ਖਿਲਾਫ ਉਹਨਾਂ ਦੇ ਜਿਸਮ ਤੇ ਲਾਠੀਆਂ ਨਹੀਂ ਪੈਣ ਦਿੱਤੀਆਂ, ਆਪ ਉਹਨਾਂ ਦੀ ਜਗ੍ਹਾ ਕੁੱਟ ਖਾਧੀ ਹੈ, ਫਾਂਸੀ ਦੇ ਫੰਦਿਆਂ ਨੂੰ ਚੁੰਮਿਆ। ਅਸੀਂ ਇਹ ਦੱਸਣਾ ਚਾਹੁੰਦੇ ਭਾਰਤ ਦੇ ਲੋਕਾਂ ਨੂੰ ਕਿ ਅਸੀਂ ਤੁਹਾਡੇ ਸਾਹਮਣੇ ਪੰਜਾਬ ਦੇ ਲੋਕ ਜ਼ਿੰਦਾ ਮਿਸਾਲ ਹਾਂ ਕਿ ਅਗਰ ਤੁਸੀਂ ਧਰਮ ਦੀ ਰਾਜਨੀਤੀ ਕਰੋਗੇ ਤਾਂ ਮੁਲਕ ਅੱਗੇ ਨਹੀਂ ਵਧੇਗਾ। ਮੁਲਕ ਦੀ ਜਿਹੜੀ ਪ੍ਰਗਤੀ ਹੈ, ਦੇਸ਼ ਦੀ ਜਿਹੜੀ ਉન્નਤੀ ਹੈ, ਉਹ ਕਿਉਂ ਰੁਕੀ ਹੋਈ ਹੈ? ਕਿਉਂਕਿ ਅਸੀਂ ਹਰ ਚੀਜ਼ ਜ਼ਾਤ ਔਰ ਧਰਮ ਦੇ ਆਧਾਰ ਤੇ ਵਾਂਡੀ ਪਾ ਲਈ ਹੈ। ਤੇ ਜਾਤੀ ਮੈਂ ਸਮਝਦਾ ਕਿ ਦੇਸ਼ ਦੇ ਲੋਕ ਜ਼ਾਤ ਔਰ ਧਰਮ ਦੇ ਆਧਾਰ ਨੂੰ ਨਹੀਂ ਛੱਡਣਗੇ। ਹੁਣ ਕਿਸਾਨ ਅੰਦੋਲਨ ਹੋਇਆ, ਤੁਹਾਨੂੰ ਪਤਾ ਕਿਸਾਨ ਅੰਦੋਲਨ 'ਚ ਹੁਣ ਤੱਕ ਕਿੰਨੇ ਲੋਕ ਸ਼ਹੀਦ ਹੋਏ ਉੱਥੇ ਬੈਠੇ? ਐਂ ਦੱਸੋ ਕੁਝ ਉਹ 'ਚ ਇਕੱਲੇ ਇੱਕੋ ਹੀ ਧਰਮ ਦੇ ਲੋਕ ਨੇ? ਅਗਰ ਉਹਦੇ 'ਚ ਸਿੱਖ ਨੇ ਤੇ ਹਿੰਦੂ ਵੀ ਨੇ, ਅਗਰ ਹਿੰਦੂ ਨੇ ਤੇ ਮੁਸਲਮਾਨ ਵੀ ਨਾਲ ਸ਼ਾਮਲ ਨੇ, ਮੁਸਲਮਾਨ ਨੇ ਤੇ ਦਲਿਤ ਭਰਾ ਵੀ ਉੱਥੇ ਨਾਲ ਮੌਜੂਦ ਖੜੇ ਨੇ। ਇਹਦਾ ਮਤਲਬ ਇਹ ਹੈ ਕਿ ਪੰਜਾਬ ਦੀ ਜਿਹੜੀ ਮਿੱਟੀ ਹੈ ਇਹ ਪੂਰੇ ਦੇਸ਼ ਨੂੰ ਇੱਕ ਸੁਨੇਹਾ ਦੇ ਸਕਦੀ ਹੈ। ਇਹ ਦੱਸ ਸਕਦੀ ਹੈ ਅੱਜ ਵੀ ਭਾਰਤ ਦੇ ਪੂਰੇ ਲੋਕਾਂ ਨੂੰ ਕਿ ਅਸੀਂ ਇਕੱਠੇ ਰਵਾਂਗੇ ਤਾਂ ਹੀ ਭਾਰਤ ਅੱਗੇ ਵਧੇਗਾ। ਬਹੁਤ ਮਿਹਰਬਾਨੀ। ਸੋ ਸ਼ਾਹੀ ਇਮਾਮ ਸਾਡੇ ਨਾਲ ਖਾਸ ਗੱਲਬਾਤ ਕੀਤੀ। ਇਹਨਾਂ ਦਾ ਕਹਿਣਾ ਕਿ ਧਰਮ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ, ਧਰਮ ਤੋਂ ਉੱਪਰ ਉੱਠ ਕੇ ਗੱਲਬਾਤ ਹੋਣੀ ਚਾਹੀਦੀ ਹੈ। ਅਗਰ ਦੇਸ਼ ਇਕਜੁੱਟ ਰੱਖਣਾ ਚਾਹੁੰਦੇ ਹੋ, ਵਿਕਾਸ ਹੋਣਾ ਚਾਹੀਦਾ, ਤਾਂ ਸਭ ਧਰਮਾਂ ਨੂੰ ਇਕੱਠੇ ਹੋ ਕੇ ਅੱਗੇ ਵਧਣਾ ਪਊਗਾ। ਕੈਮਰਾਮੈਨ ਪਰਮਿੰਦਰ ਦੇ ਨਾਲ ਗਗਨ ਸ਼ੁਕਲਾ, ਡੇਲੀ ਪੋਸਟ ਪੰਜਾਬੀ।